جی السلام علیکم ورحمۃ اللہ۔ وعلیکم السلام وعلیکم السلام ورحمۃ اللہ۔ ماشاء اللہ ماشاء اللہ، مجلس لگی ہے، کوئی قادیانی وغیرہ آیا ہے کہ نہیں آیا؟ آیا سی منافق سی جنوں پہلے کلمہ پڑھایا سی وہ آیا سی اج تے پھر نس گیا۔ بہرحال اج پھر کہندا سی پیا کہ مرزا قادیانی کافر ہے تے کہڑی گل تے اعتبار کرے حضور؟ کون؟ وہ جڑا ادھر نیچی حضور آیا سی جس دن مفتی سعید صاحب نے کلمہ پڑھایا سی تسی بھی تشریف لے آئے سو تے احمد سلطان احمد سلطان حضور۔ یہ وہ بندہ جڑا ہے نا وہ منافق نہیں، وہ کوئی ایتھیس دہریہ ٹائپ کوئی آدمی ہے، نہ ہی وہ قادیانی ہے تے نہ ہی مسلمان ہے، تے وہ اے رول ہے وچ۔ اصل تے دہریاں نے اج کل اے ڈرامہ رچایا نا کہ کیونکہ انہاں دا تعلق کسے مذہب نال بھی نہیں ہوندا، وہ پھر نہ دودھ چنگتے نے کدی ادھر جا کے کدی ادھر جا کے چنگتے نے ضیاء رسول بھی آ گئے ہے۔ السلام علیکم۔ وعلیکم السلام استاد محترم، کیا حال چال ہے؟ شکر اللہ سنے دا، تسی سناؤ۔ صحیح ہو گیا۔ ماشاءاللہ لگ رہا ہے مفتی صاحب نہیں اٹھے ہو۔ ہن نہیں اٹھے ہیں، نماز دا ٹائم ہے نا، تے اٹھ دے ڈیوٹی تے بہ گئے ہیں۔ سبحان اللہ سبحان۔ میں تے 2-3 دن تو نہ تھوڑا جا مصروف ہی سی، عراق جا رہے ہیں تے تھوڑے جے کاغذات دا مسئلہ بنے ہیں تے اودی نس پج لگی ہے تے میری تے حاضری بڑی گھٹ ہو گئی ہے۔ ٹھیک ہو گیا۔ کوئی گل سناؤ نا یار، کوئی کی ہویا کل دی کوئی خبر دیو۔ تسی سنانی ہے یا کل دی تسی لینا آئے ہو خبر؟ اے ویکھیا جی آہو مینوں خبر دیو گے تے کوئی ہے نا، میں تے ہے نہیں سی۔ یار دی گل سنا ملا، نہ لمبے پینڈے پا ملا۔ آہ، یار دی گل سنائیے تے پھر یار دیاں ہی گلاں نے۔ سبحان اللہ، ساڈے کول ہور کوئی گلاں ہے ہی کونی، سبحان اللہ۔ ساڈے کول صرف ہے ہی یار دیاں گلاں نے تے یار دے یاراں دیاں گلاں ہیں۔ روح جڑی ہے وہ اڑدی جاندی ہے پئی، ہائے درے علی تے علی پاک مولا علی، وہ ایڈیاں ایڈیاں ہستیاں نے جناب، حضور غوث پاک، حضور جناب امام حسین، مشہور نا، پھر بڑے بزرگ نے یار، حضرت حود علیہ السلام، حضرت صالح علیہ السلام، حضرت جنید بغدادی، حضرت سری سکتی معروف کرخی، بڑے بڑے بزرگ نے۔
ਅੱਛਾ ਹਬੀਬ ਸਾਹਿਬ, ਤੁਸੀਂ ਸੁਣਾਓ ਕੈਸੀਆਂ ਤਿਆਰੀਆਂ ਚੱਲ ਰਹੀਆਂ? ਜੀ ਸੁਭਾਨ ਅੱਲਾ ਮਾਸ਼ਾਅੱਲਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਤਾਲਾ ਤੁਹਾਡੇ ਹੁਕਮ ਦੇ ਮੁਤਾਬਕ ਇਨਸ਼ਾਅੱਲਾ PIA ਦੇ ਉੱਤੇ ਮਦੀਨਾ ਸ਼ਰੀਫ ਹਾਜ਼ਰੀ ਹੋਵੇਗੀ ਇਨਸ਼ਾਅੱਲਾ ਤਾਲਾ ਵਾਹ ਵਾਹ ਵਾਹ, ਔਰ ਇਨਸ਼ਾਅੱਲਾ ਇੰਜ ਹੀ ਹੋਵੇਗਾ ਜ਼ਰੂਰ। ਠੀਕ ਹੋ ਗਿਆ। ਤੇ ਹਜ਼ੂਰ ਤੁਹਾਡੇ ਕਾਗਜ਼ ਹੋ ਗਏ ਨੇ ਮੁਕੰਮਲ? ਮੇਰੇ ਹਜੇ ਤੇ ਨਹੀਂ, ਬਰਲ ਅੱਜ ਦੀ ਡੇਟ ਹੈ ਅੱਛਾ ਤੇ ਵੇਖੋ ਕੀ ਬਣਦਾ। ਹਜ਼ੂਰ ਮੇਰੇ ਨਾ ਉੱਥੇ ਗੁਜਰਾਂਵਾਲੇ ਚ ਨਾ ਬ੍ਰਦਰ ਇਨ ਲਾ ਨੇ ਤੇ ਉਹ ਵੀ ਇਹੋ ਹੀ ਕੰਮ ਕਰਦੇ ਨੇ ਨਾ ਜੀ। ਅੱਛਾ ਤੇ ਹਾਂਜੀ ਉਹਨਾਂ ਨੂੰ ਫਿਰ ਮੈਂ ਸਾਰਾ ਕੁਝ ਹਜ਼ੂਰ ਦੱਸ ਛੜਿਆ ਸੀ। ਮੈਂ ਕਿਹਾ ਮੈਨੂੰ ਉਹ ਚਾਹੀਦਾ ਹੈ ਟਰੈਵਲ ਦਾ ਵੀ। ਉਹਨਾਂ ਨੇ ਕਿਹਾ ਜੀ ਬਿਲਕੁਲ ਟਰੈਵਲ ਦਾ ਵੀ ਮਿਲੇਗਾ, ਹਰ ਚੀਜ਼ ਹੋ ਗਈ ਹੈ ਹਜ਼ੂਰ। ਠੀਕ ਹੈ, ਜਿੱਥੋਂ ਤੁਹਾਨੂੰ ਸਮਝ ਆਉਂਦੀ ਹੈ ਨਾ ਉੱਥੋਂ ਕਰਵਾਓ, ਲੇਕਿਨ ਇਹ ਹੁੰਦੇ ਬੜੇ ਸ਼ਰਾਰਤੀ ਜੇ ਨੇ ਜਿਹੜੇ ਟਰੈਵਲ ਏਜੰਟ ਹੁੰਦੇ ਨੇ ਨਾ। ਨਹੀਂ ਇਹ ਮੇਰਾ ਬ੍ਰਦਰ ਇਨ ਲਾ ਹੈ, ਘਰ ਹੀ ਹੈ। ਬਿਲਕੁਲ ਬਿਲਕੁਲ, ਕੋਈ ਨਹੀਂ, ਇਹ ਜਿਹੜੇ ਆਪਣੇ ਹੁੰਦੇ ਨੇ ਸਗੋਂ ਉਹੀ ਥੁੱਕ ਲਾਉਂਦੇ ਨੇ। ਗੈਰ ਦੇ ਥੁੱਕ ਲਾਉਣ ਦੇ ਚਾਂਸਸ ਘੱਟ ਹੁੰਦੇ ਨੇ, ਆਪਣਿਆਂ ਦੇ ਜ਼ਿਆਦਾ ਹੁੰਦੇ ਨੇ। ਜਿਹੜਾ ਜਿੰਨਾ ਤੁਹਾਡਾ ਕਰੀਬੀ ਹੋਏਗਾ ਨਾ ਉਹਨਾਂ ਜੀ ਤੁਹਾਨੂੰ ਜ਼ਿਆਦਾ ਜਿਹੜਾ ਹੈ, ਕਿਉਂਕਿ ਉਹ ਇਤਮਾਦ ਚ ਹੁੰਦਾ ਹੈ ਨਾ, ਉਹਨੇ ਇਤਮਾਦ ਚ ਲਿਆ ਹੁੰਦਾ ਹੈ, ਉਹ ਉਹਨਾਂ ਜ਼ਿਆਦਾ ਕਰਦਾ ਹੈ। ਠੀਕ ਠੀਕ ਹੈ ਜ਼ਰੂਰ। ਤੋ ਹੋਰ ਵੀ ਇਨਸ਼ਾਅੱਲਾ ਰਾਓ ਨਾਇਮ ਸਾਹਿਬ ਵੀ ਫਰਮਾ ਰਹੇ ਸਨ ਕਿ ਤੁਹਾਨੂੰ ਪਰਮਿਟ ਦੇ ਦਿੱਤਾ ਜਾਏਗਾ ਉੱਥੇ। ਹੋਰ ਵੀ ਬੜੇ ਦੋਸਤ ਸਾਹਿਬਾਬ ਤਾਮਨ ਫਰਮਾ ਰਹੇ ਨੇ, ਅੱਲਾਹ ਪਾਕ ਇਹਨਾਂ ਨੂੰ ਜਜ਼ਾਏ ਖੈਰ ਤਾ ਫਰਮਾਏ। ਮੈਂ ਕਿਹਾ ਉਹ ਤੁਹਾਨੂੰ ਉਹ ਕੋਈ ਨਹੀਂ, ਕੋਈ ਕਿਤੇ ਪਰਮਟ ਪੁਰਮਟ ਲੈਣ ਦੀ ਕੋਈ ਨਹੀਂ ਟੈਨਸ਼ਨ, ਕੋਈ ਨਹੀਂ, ਤੁਸੀਂ ਬਸ ਜਾਓ, ਜੀ ਬਕਾਇਆ ਜੀ ਛੱਡੋ। ਮੈਂ ਕਿਹਾ ਮੈਂ ਕਮਲੀ ਵਾਲੇ ਦਾ ਮਹਿਮਾਨ ਆ, ਸਿੱਧੀ ਜਿਹੜੀ ਗੱਲ ਹੈ ਉਹ ਸਾਰੇ ਮਾਮਲੇ ਉਹ ਖੁਦ ਹੀ ਕਰ ਲੈਣਗੇ। ਆਪੇ ਹੀ ਕਰਨਗੇ। ਜੇ ਸਾਰੇ ਮਾਮਲੇ ਤੁਸੀਂ ਕਰ ਲਏ ਤੇ ਫਿਰ ਨਹੀਂ ਨਹੀਂ ਨਹੀਂ, ਸਾਡੀ ਔਕਾਤ ਹੀ ਨਹੀਂ, ਸਾਡੀ ਔਕਾਤ ਹੀ ਨਹੀਂ। ਅਸੀਂ ਤਾਂ ਕੁੱਤੇ ਬਣ ਕੇ ਜਾ ਰਹੇ ਹਜ਼ੂਰ ਦੇ, ਕਿ ਉਹਨਾਂ ਨੇ ਕਬੂਲ ਕਰ ਲਿਆ। ਜਦੋਂ ਪਹਿਲੀ ਨਜ਼ਰ ਪੈਣੀ ਹੈ ਤੁਹਾਡੀ ਦਰੇ ਆਲੀ ਮਕਾਮ ਤੇ ਜੀ ਹਜ਼ੂਰ। ਤੇ ਉਹ ਜਿਹੜੀ ਤੁਸੀਂ ਦੁਆ ਕਰਨੀ ਹੈ ਨਾ, ਜਿਹੜੀ ਦੁਆ ਕਰਨੀ ਹੈ ਉਹ ਕਬੂਲ ਹੋਣੀ ਹੈ। ਬੇਸ਼ੱਕ ਬੇਸ਼ੱਕ। ਤੇ ਉਹਦਾ ਤਰੀਕਾ ਕਰ, ਮੈਂ ਤੇ ਇਹ ਕਰਦਾ ਹੁੰਨਾ ਵਾਂ, ਮੈਂ ਦੁਆਵਾਂ ਨਾ ਸਫ਼ਰ ਦੇ ਵਿੱਚ, ਇੱਕ ਤੇ ਉਹ ਰਵਾਇਤ ਨਾ ਸਫ਼ਰ 'ਚ ਜਿਹੜੀ ਦੁਆ ਕੀਤੀ ਗਿਆ ਮਕਬੂਲ ਹੁੰਦੀ ਹੈ, ਉਹ ਸਫ਼ਰ ਦੇ ਵਿੱਚ ਹੀ ਸਾਰੀਆਂ ਦੁਆਵਾਂ ਕਰ ਲੈਣਾ ਵਾਂ। ਤੇ ਉਹ ਫਿਰ ਉਸ ਮਖਸੂਸ ਵਕਤ ਦੇ ਉੱਤੇ ਮੈਂ ਇਹ ਅਰਜ਼ੀ ਪੇਸ਼ ਕਰਨਾ ਕਿ ਸਫ਼ਰ ਦੇ ਵਿੱਚ ਜਿੰਨੀਆਂ ਦੁਆਵਾਂ ਕੀਤੀਆਂ ਨੇ ਅੱਲਾਹ ਸੋਹਣਿਆ ਕਬੂਲ ਕਰ। ਸੁਭਾਨ ਅੱਲਾਹ, ਬਿਲਕੁਲ ਸਹੀ ਤਰੀਕਾ ਹੈ, ਬਿਲਕੁਲ ਸੁਭਾਨ ਅੱਲਾਹ, ਬਿਲਕੁਲ ਸਹੀ ਹੈ। ਤੁਹਾਡੇ ਵੱਲੋਂ ਵੇਖ ਕੇ ਮੈਂ ਹਜ਼ੂਰ ਮੈਂ ਵੀ ਕਾਫੀ ਤਿਆਰ ਕਰਨ ਲੱਗ। ਮੈਂ ਕਿਹਾ ਸਰਕਾਰ ਪੀ ਰਹੇ ਨੇ ਤੇ ਮੈਂ ਵੀ ਪੀਣਾ। ਮੈਂ ਇਸ ਟਾਈਮ ਕਾਫੀ ਨਹੀਂ, ਕਾਵਾ ਪੀ ਰਹੀ। ਹਜ਼ੂਰ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਪਈ, ਬਸ ਮੈਂ ਦੁਆ ਨਹੀਂ ਉੱਡੀ ਉੱਡੀ ਜਾਵਾਂ ਹਵਾ ਦੇ ਨਾਲ, ਮੇਰਾ ਤੇ ਉਹ ਹਿਸਾਬ ਬਣਿਆ ਹਜ਼ੂਰ। ਮੈਂ ਦੱਸਾਂ, ਮੈਂ ਜਦੋਂ ਪਹਿਲੀ ਵਾਰੀ ਗਿਆ ਸਜਣਾ ਜੀ ਹਾਜ਼ਰ ਹੋਇਆ ਸੀ ਜੀ ਹਜ਼ੂਰ। ਤੇ ਤਕਰੀਬਨ ਕੋਈ ਵਕਫਾ ਪਿਆ ਸੀ, ਕੋਈ 18 ਕੁ ਦਿਨ ਦਾ ਸ਼ਾਇਦ, ਯਾਨੀ ਜਦੋਂ ਇਜਾਜ਼ਤ ਮਿਲੀ ਤੇ ਇਜਾਜ਼ਤ ਤੋਂ ਲੈ ਕੇ ਮਦੀਨਾ ਸ਼ਰੀਫ ਪਹੁੰਚਣ ਤੱਕ ਤਕਰੀਬਨ 18 ਕੁ ਦਿਨ ਜਾਂ 20 ਦਿਨ ਦਾ ਰਾਉਂਡ ਬੋਰਡ ਵਕਫਾ ਸੀ ਵਿੱਚ। ਤੇ ਉਹ ਇਹ ਸਾਰਾ ਅਰਸਾ ਤੇ ਮੈਨੂੰ ਸਮਝ ਨਹੀਂ ਆਈ ਮੈਂ ਕਿੱਥੇ ਹਾਂ। ਅੱਲਾਹ, ਸਮਝ ਨਹੀਂ ਸੀ ਆਉਂਦੀ। इंशाअल्लाह हजूरे वाला शान मैं इंशाअल्लाह ताला 20 ਤਾਰੀਖ ਤੋਂ ਬਾਅਦ ਮੇਰੀ ਇੰਸ਼ਾਅੱਲਾ ਜਿਹੜੀ ਪਹਿਲੀ ਫਲਾਈਟ PI ਦੀ ਇੱਥੋਂ ਹੋਏਗੀ ਇੰਸ਼ਾਅੱਲਾ ਉਹਦੇ ਵਿੱਚ ਹੀ ਜਾਵਾਂਗਾ ਜੀ 20 ਤਾਰੀਖ इंशाअल्लाह ताला। जितने अपने मुजाहिदीन ने खत्म नबूवत ने सब दी हाजरी दी दुआ करनी, हजूर सीने ते लिखे ने, हजूर सीने ते लिखे गए नाम ले के हर एक दा और अर्जी पेश करनी जी हजूर।
ਥੱਲੇ ਕਮੈਂਟ ਜਿਹੜੇ ਨੇ ਨਾ ਆਫ ਕਰ ਦਿਓ ਨਾ ਸਾਰੇ। ਨਹੀਂ ਮੈਂ ਕਰਾਂ ਲਗਾ। ਜ਼ਿਆ ਰਸੂਲ ਤੂੰ ਗੱਲ ਸੁਣਾ ਬਈ। ਜ਼ਿਆ ਰਸੂਲ ਕਿੱਧਰ ਟੁਰ ਗਿਆ ਹੈ? ਹਜ਼ੂਰ ਗੱਲ ਸੁਣਾਓ ਸਰਕਾਰ ਦੀ। ਵਾਲੇਕੁਮ ਸਲਾਮ। ਅੱਛਾ, ਇਹ ਇੱਕ ਐਪ ਹੈ, ਐਪ ਦਾ ਨਾਮ ਹੈ ਈ ਜ਼ਿਆਰਾ। ਉਹ ਤੁਹਾਨੂੰ ਮੈਂ ਦੇ ਦਿਆਂਗਾ। ਤੇ ਉਹਦੇ ਉੱਤੇ ਤਮਾਮ ਲੋਕੇਸ਼ਨਾਂ ਜੀ ਜੀ ਸੈੱਟ ਨੇ, ਠੀਕ ਹੈ, ਮਕਾਮ ਠੀਕ ਹੈ ਜੀ। ਮੁਕੱਦਸ ਮਕਾਮ। ਜੀ ਠੀਕ ਹੋ। ਤੇ ਉਹ ਆਪਣੇ ਕੀ ਇਹਦਾ ਨਾਮ ਹੈ, ਦੋਸਤਾਂ ਦੇ ਨਾਲ ਹੀ ਗੱਡੀ ਉਹਨਾਂ ਦੇ ਕੋਲ ਹੋਏਗੀ, ਉਹਨਾਂ ਦੇ ਨਾਲ ਹੀ ਨਿਕਲ ਜਾਇਆ ਜੇ। ਇੱਕ ਦਿਨ ਦੇ ਵਿੱਚ ਹੀ ਤੁਸੀਂ ਤਕਰੀਬਨ ਸਾਰੀਆਂ ਜ਼ਿਆਰਤਾਂ ਘਰ ਆਉਣੀਆਂ ਨੇ। ਇੱਕ ਦਿਨ ਮੱਕੇ ਦਾ ਲੱਗਣਾ, ਇੱਕ ਦਿਨ ਮਦੀਨੇ ਦਾ ਲੱਗਣਾ ਜ਼ਿਆਰਾਤ ਕਰਨ ਨੂੰ। ਠੀਕ ਹੈ ਠੀਕ ਹੈ। ਹਾਂ, ਤੇ ਕੁਝ ਮਕਾਮਾਤ ਐਸੇ ਨੇ ਕਿ ਜਿੱਥੇ ਇਸ ਟਾਈਮ ਰੋਡ ਬਣ ਚੁੱਕੇ ਨੇ ਜਾਂ ਮਤਲਬ ਖੁੱਲੀਆਂ ਜ਼ਮੀਨਾਂ ਨੇ ਜਾਂ ਬਿਲਡਿੰਗ ਬਣ ਚੁੱਕੀ ਹੈ, ਲੇਕਿਨ ਉਹ ਲੋਕੇਸ਼ਨ 'ਚ ਤੁਹਾਨੂੰ ਦੱਸ ਦੇਗਾ ਕਿ ਇਸ ਜਗ੍ਹਾ ਤੇ ਫਲਾਂ ਮਕਾਮ ਸੀ, ਠੀਕ ਹੈ। ਤੇ ਉੱਥੇ ਕੋਲ ਹੀ ਇੱਕ ਵੇ ਮਸਜਿਦ ਇਜਾਬਾ, ਮਸਜਿਦ ਇਮਾਮੇ ਬੁਖਾਰੀ ਰਹਿਮਤੁல்லாhi ਤਾਲਾ ਅਲੈਹ। ਮਸਜਿਦ ਇਜਾਬਾ ਹੈ, ਮਸਜਿਦ ਇਮਾਮ ਬੁਖਾਰੀ ਦੇ ਕੋਲ ਕਰਕੇ ਨਾ, ਜੰਨਤੁਲ ਬਕੀ ਦੀ ਸਾਈਡ ਤੇ। ਜੀ ਜੀ ਹਜ਼ੂਰ। ਇਜਾਬਤ ਤੋਂ ਨਿਕਲਿਆ, ਜਿਹਦਾ ਮਤਲਬ ਹੈ ਕਿ ਕਬੂਲੀਅਤ। ਨਬੀ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਉੱਥੇ ਨਮਾਜ਼ ਅਦਾ ਫਰਮਾਈ ਤੇ ਅੱਲਾਹ ਅਜ਼za ਵਜਲ ਕੋਲ ਦੁਆ ਮੰਗੀ ਕਿ ਯਾ ਅੱਲਾ, ਮੇਰੀ ਉਮਤ ਦੇ ਉੱਤੇ ਇਜਤਿਮਾਈ ਅਜ਼ਾਬ ਨਾ ਆਏ, ਮੇਰੀ ਉਮਤ ਕਾਹਤ ਸਾਲੀ ਦਾ ਸ਼ਿਕਾਰ ਨਾ ਹੋਵੇ, ਮੇਰੀ ਉਮਤ ਆਪਸ ਦੇ ਵਿੱਚ ਲੜੇ ਨਾ। ਜਿਬਰਾਈਲ ਅਮੀਨ ਆਏ ਔਰ ਅਰਜ਼ੀ ਪੇਸ਼ ਕੀਤੀ ਕਿ ਹਜ਼ੂਰ, ਅੱਲਾਹ ਪਾਕ ਨੇ ਆਪ ਦੀਆਂ 2 ਦੁਆਵਾਂ ਕਬੂਲੋ ਮਨਜ਼ੂਰ ਕਰ ਲਈਆਂ ਨੇ ਕਿ ਇਜਤਿਮਾਈ ਅਜ਼ਾਬ ਨਹੀਂ ਆਏਗਾ ਤੇ ਕਾਹਤ ਸਾਲੀ ਨਹੀਂ ਹੋਏਗੀ। ਲੇਕਿਨ ਇਹ ਜਿਹੜੀ ਤੀਜੀ ਹੈ ਨਾ ਕਿ ਆਪਸ 'ਚ ਲੜਨ ਨਹੀਂ, ਇਹ ਅੱਲਾ ਨੇ ਮਹਿਫੂਜ਼ ਕਰ ਲਈ ਹੈ। ਇਹਦੇ 'ਚ ਅੱਲਾ ਦੀਆਂ ਹਿਕਮਤਾਂ ਨੇ। ਇਹ ਤਕਦੀਰ ਮੁਬਰਮ ਹਕੀਕੀ ਹੈ, ਇਹ ਟੱਲਣ ਵਾਲੀ ਨਹੀਂ ਹੈ, ਇਹ ਹੋ ਕੇ ਰਹਿਣਾ। ਤੇ ਇਸ ਵਾਸਤੇ ਉਸ ਮਸਜਿਦ, ਉੱਥੇ ਫਿਰ ਮਸਜਿਦ ਬਣਾਏਗੀ, ਉਹਦਾ ਨਾਮ ਰੱਖਿਆ ਗਿਆ ਮਸਜਿਦ ਇਜਾਬਾ। ਤੇ ਉਲਮਾ ਇਕਰਾਮ ਲਿਖਦੇ ਨੇ ਕਿ ਅੱਜ ਵੀ ਅਗਰ ਉਸ ਮਕਾਮ ਤੇ ਤੁਸੀਂ ਦੁਆ ਕਰੋਗੇ ਨਾ, ਤੇ ਹਜ਼ੂਰ ਅਲੈਹਿ ਸਲਾਤੁ ਸਲਾਮ ਦੀ ਮਕਬੂਲ ਦੁਆਵਾਂ ਦੇ ਸਦਕੇ ਨਾਲ ਤੁਹਾਡੀਆਂ ਦੁਆਵਾਂ ਵੀ ਕਬੂਲ ਹੋਣਗੀਆਂ। ਸੁਭਾਨ ਅੱਲਾਹ ਸੁਭਾਨ ਅੱਲਾਹ। ਤੇ ਅਜੇ ਜਦੋਂ ਮੈਂ ਆਇਆ ਸੀ ਉਦੋਂ ਤੇ ਤਮੀਰਾਤ ਦੇ ਸਿਲਸਿਲੇ 'ਚ ਉਹਨਾਂ ਨੇ ਉਹ ਬਾਉਂਡਰੀ ਲਾਈ ਸੀ,
ਵੱਲਾਹੁ ਆਲਮ ਤੁਹਾਡੇ ਜਾਣ ਤੱਕ ਉਹ ਬਾਉਂਡਰੀ ਹਟ ਗਈ ਹੋਏ ਜਾਂ ਕੀ ਸਿਚੁਏਸ਼ਨ ਹੋਏ ਮੇਰੇ ਇਲਮ 'ਚ ਨਹੀਂ। ਤੇ ਬਹਰਹਾਲ ਪੈਦਲ ਹੀ ਟੁਰ ਜਿਆ ਜੇ, ਭਾਵੇਂ ਅਗਰ ਬਾਉਂਡਰੀ ਲੱਗੀ ਵੀ ਹੋਈ ਤੇ ਟੱਪ ਕੇ ਨਾ ਹੈ, ਜਾਂ ਉਹ ਰਸਤੇ ਰੁਸਤੇ ਹੁੰਦੇ ਨੇ ਉਦੋਂ ਵੀ ਹੈ ਸਨ, ਵਿੱਚੋਂ ਦੀ ਉਂਝ ਬੰਦਾ ਟੁਰ ਜਾਂਦਾ। ਤੇ ਮੁਸੱਲਾ ਜਿਹੜਾ ਨਾ ਉਹ ਹੋਰ ਰੱਖਣਾ ਹੈ ਹਰ ਟਾਈਮ, ਤੇ ਮੁਖਤਲਿਫ ਮਕਾਮਾਂ ਤੇ ਉਹ ਫਿਰ ਨਾ ਨਵਾਫਲ ਬੰਦਾ ਅਦਾ ਕਰਦਾ, ਮੁਸੱਲਾ ਆਪਣੇ ਵਿੱਚ ਆ ਕੇ ਨਾ ਨਮਾਜ਼ ਅਦਾ ਕਰਦਾ। ਬੇਸ਼ੱਕ ਬੇਸ਼ੱਕ। ਬਲਕਿ ਮੁਸੱਲਾ ਇੱਕ ਉੱਥੋਂ ਹੀ ਜਾ ਕੇ ਮਦੀਨਾ ਸ਼ਰੀਫ ਚੋਂ ਹੀ ਲਿਆ ਜੇ, ਤੇ ਉਸ ਮੁਸੱਲੇ ਤੇ ਨਮਾਜ਼ਾਂ ਪੜ੍ਹ ਕੇ ਉਹਨੂੰ ਫਿਰ ਵਾਪਸ ਲੈ ਕੇ ਆਣਾ। ਮੁਸੱਲਾ ਪਿਆ ਵੇ ਤੇ ਉਹ ਮੈਨੂੰ ਬੜਾ ਅਜ਼ੀਜ਼ ਹੈ ਨਾ। ਉਹਦੀ ਵਜ੍ਹਾ ਇਹ ਵੇ ਕਿ ਇਹ ਮੁਸੱਲਾ ਮਦੀਨੇ ਦੇ ਵਿੱਚ ਯੂਜ਼ ਹੋਇਆ ਸੀ, ਯਾਨੀ ਉੱਥੇ ਨਵਾਫਲ ਵਗੈਰਾ ਇਸ ਮੁਸੱਲੇ ਤੇ ਮੈਂ ਪੜ੍ਹਦਾ ਸੀ। ਤੇ ਉਹ ਫਿਰ ਜਦੋਂ ਤੁਸੀਂ ਘਰ ਲੈ ਆਓਗੇ ਤੇ ਉਹ ਫਿਰ ਪੂਰੀ ਜ਼ਿੰਦਗੀ ਆਸਤੇ ਨਾ ਇੱਕ ਤੁਹਾਡਾ ਇੱਕ ਯਾਦਗਿਰੀ ਜਿਹੀ ਬਣ ਜਾਂਦੀ ਹੈ। ਜਦੋਂ ਨਮਾਜ਼ ਪੜ੍ਹੋਗੇ ਤੇ ਉਹ ਫਿਰ ਯਾਦ। ਹਜ਼ੂਰ ਇੱਕ ਛੋਟੀ ਜਿਹੀ ਅਰਜ਼ ਕਰਨੀ ਸੀ, ਪੁੱਛਣਾ ਸੀ, ਅਦਬ ਦੇ ਲਿਹਾਜ਼ ਨਾਲ ਹੀ ਪੁੱਛਣਾ ਸੀ ਹਜ਼ੂਰ, ਕਿ ਜਿਹੜਾ ਲੋਕ ਕਫਨ ਉੱਥੇ ਆਬ ਜ਼ਮਜ਼ਮ ਨਾਲ ਮਸ ਕਰਕੇ ਭਿਓ ਕੇ ਲਿਆਉਂਦੇ ਨੇ, ਉੱਠ ਕੇ ਆਇਆ ਹਜ਼ੂਰ ਉਹ ਠੀਕ ਹੈ ਲਿਆਣਾ ਚਾਹੀਦਾ? ਬਹੁਤ ਅੱਛਾ ਅਮਲ ਹੈ, ਬਹੁਤ ਹੀ ਅੱਛਾ ਅਮਲ ਹੈ, ਸਹੀ ਨਸੀਬ। ਲੇਕਿਨ ਕਿਉਂਕਿ ਮੈਨੂੰ ਸ਼ੱਕ ਨਹੀਂ ਹੈ, ਮੈਨੂੰ ਇੱਕ ਹੁੰਦਾ ਨਾ ਸ਼ੱਕ ਹੋਏ, ਇੱਕ ਹੁੰਦਾ ਹੋਏ ਪਤਾ ਨਹੀਂ ਹੋਏ ਕਿ ਨਾ ਹੋਏ। ਮੈਨੂੰ ਤੇ 110% ਯਕੀਨ ਹੈ ਕਿ ਇੰਜ ਹੀ ਹੋਣਾ ਹੈ ਕਿ ਮੈਂ ਮਦੀਨੇ ਹੀ ਮਰਨਾ ਹੈ ਤੇ ਜੰਨਤ ਬਕੀ ਦੇ ਵਿੱਚ ਹੀ ਦਫਨ ਹੋਣਾ। ਇਸ ਵਾਸਤੇ ਮੈਂ ਅਮਲ ਨਹੀਂ ਕੀਤਾ, ਕਿਉਂਕਿ ਮੈਨੂੰ ਪਤਾ ਮੈਨੂੰ ਕਫਨ ਉੱਥੋਂ ਦਾ ਹੀ ਲੱਭਣਾ ਹੈ। ये जो शाह जी आप और भाई अपनी वसीला जो है ना लिंक, अल्लाह आपको मदीने ले जाए और बस वहीं रखे जनाब, हमारी से दुआ है। नहीं एक बस और जो है ना वहीं रहे। और भी राज जामिया खत्मे नबूवत के लिए अभी भाई दुआ करना आका के। जामिया खत्मे नबूवत की दुआ करनी है भाई, खसूसी करनी है ਤੇ ਹਜ਼ੂਰ ਕੋਲੋਂ ਮੰਗ ਕੇ ਉੱਥੋਂ ਉੱਠੋ ਕਿ ਹਜ਼ੂਰ ਦਵੋ ਸਾਨੂੰ ਚਾਹੀਦਾ। ਇਨਸ਼ਾਅੱਲਾ ਇਨਸ਼ਾਅੱਲਾ। ਹੁਣ ਮੈਂ ਵੀ ਜਾ ਰਿਹਾ ਵਾਂ, ਮੇਰੀ ਨੀयत ਇਹੋ ਹੀ ਹੈ, ਇੱਕ ਨੀयत मैं ਲੈ ਕੇ ਜਾ ਰਿਹਾ भी मदीने पाक में भी और नजब अशरफ में भी, क्योंकि देखे ना रोज जी इल्म का जो दरवाजा है वो तो अली अल मुर्तजा है, वहां पर भी। और ये हमारा काम हो जाए थी बस। मरकजी मैं नीयत पता नहीं किधर से बात कर रहा हूँ, ऊपर दिल से कर रहा हूँ, ऐसे बक बक कर रहा हूँ। अल्लाह ये हमारा काम हो जाए, इंशाल्लाह हो जाएगा। वो गलत कहते हैं ना कि बक रहा हूँ मैं जनूम, ਤੁਹਾਡਾ ਕੁਛ ਨਾ ਨਾ ਸਮਝੇ ਖੁਦਾ ਕਰੇ ਕੋਈ। ਕਿਆਨੀ ਸਾਹਿਬ ਤੁਹਾਡਾ ਮਾਈਕ ਇਸ ਟਾਈਮ ਮਿਊਟ ਮੈਨੂੰ ਨਜ਼ਰ ਆ ਰਿਹਾ, ਲੇਕਿਨ ਆਵਾਜ਼ ਆ ਰਹੀ ਹੈ, ਤੇ ਉਹ ਅਸਲ 'ਚ ਨੈਟ ਦਾ ਇਸ਼ੂ। ਤੇ ਅੱਛਾ ਗੁਜ਼ਾਰਿਸ਼ ਹੈ ਵੇ ਕਿ मेरा भी एक सवाल है जी। जी कर लो जी, तुसी सवाल कर लो जी सॉरी मुफ्ती साहब, मैं 2-3 दफ़ा सलाम पेश किया लेकिन शायद गलत है, मेरे सिग्नल सही नहीं है। अस्सलाम वालेकुम सब तो पहले। और चूँकि बात चल रही है अभी बात चल रही है, उर्दू में ही बात करूँ, ये उम्रा के हवाले से या मक्का और मदीना के, तो ये पूछना था जिनका यानी 10 दिन का पैकेज है, तो वहाँ पे कसर की नमाज पढ़ी जाती है या हम पूरी नमाज पढ़ेंगे? थोड़ा सा ये गाइड कर दे प्लीज। हाँ तुसी कसर क्यों पढ़नी है, जमात नाल पढ़ो। कसर ते तद पढ़ोगे जे तुसी अलग पढ़ोगे ते नहीं, जमात के साथ कि अगर अलग पढ़ेंगे तो 15 दिन से कम अगर आपकी नीयत है एक इलाके में तो वो फिर आप कसर पढ़ेंगे।
جی جی یہی ہے نا، پیکیج ہی اگر پیکیج ہی 10 دن کا ہو اور ہاں وہ قصر بھی اگر، کسر پڑھ جی کسر بالکل ہے. اچھا امام کے ساتھ فرض تو ویسے بھی پورے ہوتے ہیں، لیکن اس میں پھر سنت آ جاتی ہیں، سنتیں پڑھنی چاہیے یا ہاں سنتے سنت پڑھنی ہے، سنتے پڑھنی ہے. جب امام سنت کے ساتھ اب نماز میں؟ دیکھا حضور کی سنت ہے، اور پھر وہاں پہ سنتے ہیں اگر ادا نہیں کرنی، میرے آقا جی کا عمل ہے یہ، تو پھر کہاں پہ ادا کرنی ہے؟ جی جی بالکل. حضور میں تے نہ قصر مدینہ یاد آیا ہے، مدینہ یاد آیا ہے، مدینے جانے والوں جاؤ جاؤ فی امان اللہ، کبھی تو اپنا بھی لگ جائے گا بستر، مدینے میں سمجھیں گے ہم نیازی ان کی کرم نوازی، جس دن ہوئے روانہ سرکار کی گلی میں، مدینہ یاد جی السلام آیا علیکم ورحمۃ اللہ. ہے. لبیک 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 یا رسول اللہ. تاجدار ختم نبوت زندہ باد زندہ باد زندہ باد زندہ باد. لبیک 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 یا رسول اللہ صلی اللہ علیہ وسلم. سبحان اللہ. بندہ مدینے جا کے تے وہ ویکھو تسی کہ اس ہستی دے سامنے حاضر ہوندا ہے کہ پوری کائنات جدے آسے بنی ہے، وہ ہستی جڑی باعث تخلیق کائنات، باعث وجہ کائنات، وہ ہستی، وہ ہستی کہ جڑی فرماندے نے کہ انما انا قاسم واللہ یوتی، بے شک میں ہی تقسیم کرتا ہوں جو اللہ مجھے عطا کرتا ہے. وہ ہستی جنہ دے بارے اللہ فرماندا ہے انا آتوینا کل کوثر، اے محبوبہ تانوں اللہ نے سب کچھ دے چھڑیا. اللہ کہندا میں عطا کر چھڑیا سب کچھ تینوں. وہ ہستی، وہ ہستی جڑی امام الانبیاء، آئے ہائے. اچھا ایک اور سوال دینا چاہیا سی. معذرت، اگر مفتی صاحب بول رہے ہوں تو پھر پلیز مہربانی فرمایا کریں بیچ میں مائک اپنا نہ آن کیا کریں. جیسے ہی مفتی صاحب خاموش ہوں، یہ ادب کا تقاضا ہے، وہ سید ہیں، ادب کا تقاضا ہے. پلیز مہربانی کیجیے گا کہ بعد میں پھر آپ بات کر سکتے ہیں. آپ بھی ادھر بیٹھے ہیں، مفتی صاحب بھی ادھر بیٹھے ہیں. نہیں انہوں نے بول لیں جی، بولیں جناب. سوری، اصل میں میرے پاس سگنل نہیں ہے تو میں سمجھا آپ خاموش ہو گئے تھے، اس لیے سوری. آپ بول رہے مفتی صاحب، میرے ویسے ایک سوال ذہن میں آیا تھا تو میں نے کہا آپ بھی بیٹھے ہوئے ہیں سارے ماشاءاللہ سے، محفل چل رہی ہے تو ساتھ ساتھ استفادہ بھی حاصل کیا جائے، اس لیے. کر لیں سوال. اصل میں یہ سوال تھا کہ روزہ رسول صلی اللہ علیہ وسلم پہ جو سلام پیش کرنے جاتے ہیں، تو اس دفعہ میں گیا تھا، اکثر لوگوں کو دیکھا ہے کہ باہر کھڑے ہو کے نا جہاں سے وہ ایگزٹ کرتے ہیں وہاں پہ بھی کھڑے ہو کے وہ سلام پیش کر رہے تھے. تو کیا یہ ضروری ہے کہ روزہ رسول صلی اللہ علیہ وسلم کے سامنے جا کے ہی سلام پیش کیا جا سکتا ہے، یا باہر کھڑے ہو کے، جس طرح سے آج کل تو سختی بھی ہے جس طرح آپ کو پتہ ہے، وہ ایک لائن ہوتی ہے اور نہیں چھوڑتے، تو اس طرح بھی ہم کر سکتے ہیں؟ کیا یہ ٹھیک ہے؟ فتویٰ کچھ اور کہتا ہے، فتویٰ کچھ، عشق کچھ اور کہتا ہے. فتویٰ تو بڑی چیزوں کی رخصت دیتا ہے اور بہت کچھ.
اور ویسے بھی ہمارے جسم کے اندر بھی ایک دل ہے، ایک دماغ ہے. دماغ کے فیصلے کچھ اور ہوتے ہیں، دل کے فیصلے کچھ اور ہوتے ہیں. میں سمجھتا ہوں یہاں پر کوئی فتویٰ کی ضرورت نہیں. عاشق کو اپنے دل کی ماننی چاہیے، اس کا دل جو کہتا ہے نا وہی فتویٰ ہے. جی سبحان اللہ، صحیح ہے، ٹھیک ہے. عاجز حضور کے سنہری جالیوں کے سامنے نہیں گیا. اصل میں وہاں پہ کیفیت ہی ایسی ہوتی ہے کہ نزدیک نبی علیہ السلام کے روضہ کے نزدیک جانا کا یعنی انتظار نہیں کر سکتے ہم لوگ، کیونکہ اب میں پہلی دفعہ گیا تھا. چونکہ میری کیفیت ایسی تھی کہ جب میں مسجد نبوی میں داخل ہوا تو مجھے بتایا گیا کہ یہاں پہ روضہ رسول ہیں، تو وہیں سے میں نے درود و سلام پیش کرنا شروع کر دیا. میں نے کہا کہ یہی موقع ہے جتنا سلام پیش کر سکیں، کیونکہ ایسا سچویشن ایسی ہوتی ہے کہ بندے سے صبر نہیں کیا جا سکتا. ایسے نہیں حضور والا شاہ نا جدو میں عرض کراں گا کہ جدو آقا علیہ الصلوۃ والسلام دی بارگاہ چوں بلاوا آ جائے تے پھر اتھے جا کے تے اسی یہ کوشش کریے. اتھے تے دامن مارن دی بھی جا کوئی نہیں، دم تے نہیں اچھی آواز تے اسی نہیں کٹ سکدے. میرے آقا دا مقام ہی ایسا ہے کہ اتھے اسی نہیں، بادشاہ بھی جڑے نے، شہنشاہ بھی جڑے نے، اتھے غلام نے. گزارش ہے کہ انی دوروں آقا جے بلاندے نے پہ تے پھر اسی دور کیوں رویے آقا تو. کوشش کرنی چاہیے آقا علیہ الصلوۃ والسلام دی بارگاہ اقدس دے وچ قریب تر قریب جائیے. میرا تے اپنے دل دا عقیدہ ہے کہ اگر سرکار نے اتنی دور تو بلا لیا ہے، بالکل اتنی دوروں بلا لیا ہے، اسی پھر سرکار دی بارگاہ جا کے دور کیوں رویے. بالکل سر میرے دل دا عقیدہ ہے. اے عاشق دا اس غلام دا اپنا ایک مزاج ہے، وہ جو کرے وہی وہ دے فتوی جو تہاڈی سمجھ چاہتا ہے تساں کرنا. ڈر جڑا حضور، ڈر جڑا اندر انسان دے اندر ڈر ہے، وہ خوف وہ مسلط ہو چکے ہیں. یعنی کہ میرے تے اندر وہ ڈر مسلط خوف اندر ہو چکے ہے کہ یار میرا تے دل کالا منہ کالا، پر مہربانی تے آقا دی ہے نا، تو انہاں سینے لا لیا ہے، گل لا لیا ہے. پر خوف ضرور ہے کہ لاجپال کریم آقا کیڑے ہاتھ لے کے آواں، کیڑے منہ لے کے آواں گا، کیڑا دل لے کے آواں گا، کیڑا ذہن لے کے آواں گا. پر سونے ایک کریمی ہے کہ تسا اس گندڑے تو گندیاں بندیاں نو کو سینے نہیں لاندا، پر میرے آقا لا لیندے. آقا نے تے لا لیا نا، تے خوف مسلط ضرور ہے پر خوشی دی انتہا ہے کہ میرے آقا نے گندڑے بندڑے بندیاں نو بھی بلا لیا، سینے لا لیا. بالکل صحیح ہے، ٹھیک ہے، بالکل ٹھیک ہے. صحابہ کرام نو نا سرکار نے ارشاد فرمایا کہ بھائی کدی کدی ملیا کرو، کدی کدی ملن دے نال نا محبت ود دی ہے. قدر کھو دیتا ہے روز روز کا آنا جانا. تے حضرت ابو بکر صدیق رضی اللہ عنہ نے نا نماز پڑھ کے تے فوری نکل جانا، تے حضور دی مجلس بھی نہ بہنا. حضور نے ایک دو نمازاں تو بعد نا دریافت فرمایا کہ ابو بکر صدیق کتھے. وہ پیغام کسے صحابی نے پہنچایا حضرت ابو بکر صدیق رضی اللہ عنہ نو کہ حضور اج تواڈے بارے پوچھ رہے سن. فوری حاضر ہوئے
ਆ ਕੇ ਅਰਜ਼ੀ ਪੇਸ਼ ਕੀਤੀ ਸਰਕਾਰ। अच्छा हजूर अलैहिस्सलाम ने दरियाफ्त फरमाया कि तू तू गैब है किथे से ते अर्ज करदे ने हजूर तुसां आपे ही ते फरमाया सी तुहाडे हुक्म दी तमील कि जिंज मेरा सोना दुख विच राजी ते सुख नू मैं चुल्हे डावां तुसां फरमाया सी कि बस कदी कदी मिलिया करो ते हजूर फरमांदे ने अबू बकर आओ ते मैं दूजे आस्ते फरमाया सी तेरे आस्ते तू सुभान नेड़े अल्लाह। रहा कर तू मेरे नेड़े रहा कर बस। हाय हाय सुभान अल्लाह। अच्छा सुभान हबीब साहब ਤੁਸੀਂ उगारे हीरा दे उत्ते भी जाया जे कोशिश जी करके अगर जी हिम्मत सेहत इजाजत दवे हजूर जावा। गारे सोर ए 2 गारां तक ते कोशिश करनी है। जी हजूर ठीक है। नाल ही फिर इंज वे के बदर शरीफ है ठीक है जी जी वो थोड़ा जा खर्चा करना पैना है ते कोशिश कर लियो जे उत्थे भी जान दी ठीक है हजूर इंशाअल्लाह। ते बदर वे चलो बदर ते होए बंदा मुफ्ती साहब एक हबीब शेर रहमान याद आया। जी। अच्छा यार मैनू इजाजत दियो जी शेर सुना लो। जबल नूरो जबल सौर उन पहाड़ों को सलाम टिमटिमाते वहाँ के सब नज़ारों को सलाम जगमगाते टिमटिमाते उन नज़ारों को सलाम। सुभान अल्लाह सुभान अल्लाह वो ते जरे जरिया नु सलाम है जी। हाँ जबले ओहद भाई खसूसी जाना है ते जबले ओहद नु आजद दा भी सलाम अर्ज करना। आशक पहाड़ है सहाबी पहाड़ है ठीक है ते जमादात दा ओ हक है बेशक हजूर ਇਹ ਉਹੀ ਪਹਾੜ ਹੈ ਨਾ ਜਿੱਥੇ ਜਿਹਨੂੰ ਵਜਦ ਆ ਗਿਆ ਸੀ। आ वजदा हजूर दी वाज़े हदीस है हजूर ने फरमाया मेरे नाल प्यार करदा मैं दे ना करना ਹਾਏ ਹਾਏ ए जन्नत च मेरे नाल रवेगा। सुभान अल्लाह सुभान अल्लाह। हाय हाय अज ते इंसाना च प्यार को नहीं वो पत्थर है वो पत्थर नंबर लै गए भाई हैं। इंसाना च प्यार को नहीं है। ਹਜ਼ੂਰ ਉਹ ਹਨਾਨਾ ਵੀ ਤੇ ਹੈ ਸੀ ਨਾ ਜਿਹਦੇ ਨਾਲ ਹਜ਼ੂਰ ਅਲੈਹ ਸਲਾਤੁ हाय 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 ਇੱਕ ਲਗਾ ਕੇ ਖੁਤਬਾ ਪੜ੍ਹਦੇ ਸੀ हाय हाय ਤੇ ਰੋਂਦਾ ਸੀ ਹਨਾਨਾ। ਉੱਥੇ ਆਬੇ ਜ਼ਮਜ਼ਮ ਜ਼ਿਆਦਾ ਤੋਂ ਜ਼ਿਆਦਾ ਪੀਓ ਬਲਕਿ ਮਦੀਨਾ ਸ਼ਰੀਫ ਗੇਟ ਨੰਬਰ 110 109 ਦੇ ਦਰਮਿਆਨ ਹੀ ਨਾ ਆਬੇ ਜ਼ਮਜ਼ਮ ਦੀਆਂ ਵੱਡੀਆਂ ਬੋਤਲਾਂ ਤੁਸੀਂ ਭਰ ਸਕਦੇ ਹੋ ਤੇ ਵੱਡੀ ਬੋਤਲ ਇੱਕ ਲੈ ਲਿਆ ਜੇ ਤੇ ਉਹੀ ਬਸ ਭਰ ਕੇ ਰੱਖ ਲੈਣੀ ਹੈ ਖਾਣੇ ਦੇ ਵਿੱਚ ਵੀ ਉਹ ਯੂਜ਼ ਕਰਨਾ
انشاءاللہ ہائے ہائے ਮੁਫਤੀ ਸਾਹਿਬ ਮੇਰਾ ਇੱਥੇ ਇੱਕ ਸਵਾਲ ਹੈ ਆਜਜ਼ਾਨਾ ਤੌਰ ਦੇ ਉੱਤੇ ਮੇਰੇ ਜ਼ਿਹਨ ਦੇ ਵਿੱਚ ਹੈ ਸੀ। ਮੈਂ ਕਿਹਾ ਸੀ ਤੁਸੀਂ ਫਰਮਾ ਰਹੇ ਸੋ ਕਿ ਮੁਸੱਲਾ ਲੈ ਕੇ ਔਰ ਯਾਨੀ ਕਿ ਵਾਪਸ ਲੈ ਕੇ ਆਓ, ਤੇ ਮੇਰਾ ਇੱਕ ਨਾਕਸ ਮੇਰਾ ਇਲਮ ਔਰ ਨਾਕਸ ਅਕਲ ਜਿਹੜੀ ਉਹ ਇਹ ਸੋਚਦੀ ਸੀ, ਮੇਰੀ ਰਹਿਨੁਮਾਈ ਕਰਿਓ ਕਿ ਉੱਥੇ ਦੇ ਜ਼ਰਰੇ ਔਰ ਉੱਥੇ ਦੇ ਯਾਨੀ ਕਿ ਉਹ ਮੁਸੱਲੇ ਨੂੰ ਚੀਜ਼ਾਂ ਲੱਗੀਆਂ ਹੋਣ ਤੇ ਅਸੀਂ ਲਿਆ ਕੇ ਉਹਨੂੰ ਧੋਣਾ ਤੇ ਕੀ ਉਹ ਜਾਂ ਉਹਨੂੰ ਰੱਖ ਲਿੱਤਾ। ਅਸਲ 'ਚ ਤੁਹਾਨੂੰ ਮੈਂ ਹਜੇ ਹੁਣ ਥੋੜੀ ਦੇਰ ਪਹਿਲੇ ਅਰਜ਼ ਕਿਹਾ ਸੀ, ਆਸ਼ਕ ਦਾ ਆਪਣਾ ਇੱਕ ਫਤਵਾ ਹੁੰਦਾ ਹੈ, ਜੋ ਵੀ ਕਰਦਾ ਉਹਦੇ ਵਾਸਤੇ ਹੁੰਦਾ ਹੈ। ਹੁਣ ਸਾਰੇ ਤੇ ਮੇਰੇ ਵਾਲੇ ਸੁਨਨਤ ਨਹੀਂ ਨਾ ਬਣ ਗਏ। ਮਾਸ਼ਾਅੱਲਾ। ਤੇ ਇਹ ਮੈਂ ਜਿਹੜੇ ਘਰ ਬੈਠਾ ਵਾਂ, ਇਸ ਘਰ ਦੀਆਂ ਨੀਹਾਂ ਦੇ ਵਿੱਚ ਮੈਂ ਇਹ ਜਬਲੇ ਉਹਦ ਸ਼ਰੀਫ ਦਾ ਪੱਥਰ ਪਾਇਆ ਹੈ। سبحان اللہ ਤੇ ਤੁਹਾਨੂੰ ਦੱਸਿਆ ਨਾ, ਆਸ਼ਕ ਦਾ ਆਪਣਾ ਇੱਕ ਹੁੰਦਾ ਹੈ। ਉਹ ਮੁਫਤੀ ਕੋਲ ਨਹੀਂ ਪੁੱਛਦਾ, ਉਹ ਫਤਵਾ ਦਾ ਦਿਲ ਦਿੰਦਾ ਹੈ, ਉਹ ਫਤਵਾ ਦਿਲ ਕੋਲੋਂ ਤਲਬ ਕਰਦਾ ਹੈ। ਇੱਥੇ ਹੁਣ ਮੈਂ ਕੀ ਕਰਨਾ? ਆਸ਼ਕ ਤੇ ਉੱਥੇ ਰੋਂਦਾ ਨਹੀਂ, ਉਹ ਆਂਦਾ ਤੇਰੇ ਆਂਸੂ ਇਸ ਧਰਤੀ ਦੇ ਡਿੱਗਣ। ਇੱਕ ਆਸ਼ਕ ਉਹ ਰੋਈ ਜਾਂਦਾ, ਇੱਕ ਆਸ਼ਕ ਉਹਨੇ ਜੁੱਤੀ ਪਾਈ ਹੈ, ਇੱਕ ਆਸ਼ਕ ਉਹਨੇ ਪੈਰੀ ਨੰਗਾ। ਦੱਸੋ, ਇੱਕ ਆਸ਼ਕ ਪੁਸ਼ਤੀ ਨਹੀਂ ਕਰਦਾ, ਇੱਕ ਆਸ਼ਕ ਉਹ ਪੁਸ਼ਤੀ ਕਰਦਾ ਹੈ, ਉਧਰ ਚਿਹਰੇ ਨਹੀਂ ਕਰਦਾ। ਦੱਸੋ, ਇੱਕ ਆਸ਼ਕ ਉਹ ਸੋਹਣੀ ਪੱਗ ਬਣ ਕੇ ਜਾਂਦਾ ਹੈ, ਲੰਬਾ ਕੁੱਲਾ ਲੈ ਕੇ ਜਾਂਦਾ ਹੈ ਤੇ ਸੋਹਣੇ ਕੱਪੜੇ ਪਾ ਕੇ ਜਾਂਦਾ ਹੈ। ਇੱਕ ਆਸ਼ਕ ਫਟੇ ਪੁਰਾਣੇ ਕੱਪੜੇ ਪਾ ਕੇ ਜਾਂਦਾ। ਉਹ ਦੱਸੋ ਤੇ ਸਹੀ, ਆਸ਼ਕ ਦਾ ਆਪਣਾ ਫਤਵਾ ਹੈ, ਆਸ਼ਕ ਦਾ ਆਪਣਾ ਮਾਮਲਾ, ਉਹਨੂੰ ਨਹੀਂ ਤੁਸੀਂ ਰੋਕ ਸਕਦੇ। ਰੱਬ ਰਾਖਾ, ਮੈਨੂੰ ਇਜਾਜ਼ਤ ਦਿਓ, ਟਾਈਮ ਨਮਾਜ਼ ਦਾ ਨੇੜੇ ਲੱਗਦਾ ਹੈ ਪਿਆ। ਠੀਕ ਹੈ, ਸਲਾਮ ਅਲੈਕੁਮ। میری طرف بھی انشاءاللہ